मित्रों ते बेलियो भैनों ते भराओ ਤੁਹਾਡੇ ਹਜ਼ੂਰ ਆਸ਼ਰ ਗਿੱਲ ਦਾ ਸਲਾਮ ਪਹੁੰਚੇ। ਤੁਸੀਂ ਅਗਰ ਮੇਰੀ ਆਵਾਜ਼ ਸੁਣ ਰਹੇ ਹੋ ਤੇ ਮੈਂ ਤੁਹਾਡੇ ਲਈ ਦੁਆ ਗੋਵਾਂ ਕਿ ਤੁਸੀਂ ਸਦਾ ਖੁਸ਼ ਰਹੋ, ਤੁਹਾਡੀਆਂ ਖਾਹਿਸ਼ਾਂ ਪੂਰੀਆਂ ਹੋਣ, ਤੁਹਾਡੀਆਂ ਉਮੀਦਾਂ ਰੰਗ ਲੈ ਕੇ ਆਉਣ, ਤੁਸੀਂ ਇਸ ਦੁਨੀਆ 'ਚ ਆਪਣਾ ਇੱਕ ਮੁਸਬਤ ਕਿਰਦਾਰ ਜਿਹੜਾ ਉਹ ਨਿਭਾ ਸਕੋ। ਤੁਹਾਡੀਆਂ ਦੁਆਵਾਂ, ਤੁਹਾਡੀਆਂ ਮੁਹੱਬਤਾਂ, ਤੁਹਾਡੀ ਰਹਿਨੁਮਾਈ ਦਾ ਨਤੀਜਾ ਹੈ ਕਿ ਮੈਂ ਅੱਜ ਪਹਿਲੀ ਪੋਡਕਾਸਟ ਜਿਹੜੀ ਉਹ ਤੁਹਾਡੇ ਨਾਲ ਸ਼ੇਅਰ ਕਰ ਰਿਹਾ। ਇਹ ਪੋਡਕਾਸਟ ਜਿਹੜੀ ਹੈ ਇਹਦਾ ਨਾਂ ਮੈਂ ਰੱਖਿਆ ਗਿੱਲ ਦੀਆਂ ਗੱਲਾਂ, ਜਿਹੜਾ ਇਹਦਾ ਟਾਈਟਲ ਹੈ। ਇੱਕ ਸਿਲਸਿਲਾ ਸ਼ੁਰੂ ਕੀਤਾ ਹੈ, ਬੜੇ ਅਰਸੇ ਤੋਂ ਸੋਚ ਰਿਹਾ ਸਾਂ ਕਿ ਪੋਡਕਾਸਟ ਜਿਹੜੀ ਸ਼ੁਰੂ ਕੀਤੀ ਜਾਏ। ਲਿਖਦੇ ਰਿਹਾ ਬਹੁਤ ਅਰਸੇ ਤੋਂ, ਲੇਕਿਨ ਦਿਲ 'ਚ ਖਿਆਲ ਆਇਆ ਕਿ ਦਿਲ ਦੀਆਂ ਗੱਲਾਂ ਹੋਣੀਆਂ ਚਾਹੀਦੀਆਂ ਨੇ, ਲੇਕਿਨ ਦਿਲ ਦੀਆਂ ਗੱਲਾਂ ਹੋਣੀਆਂ ਤੇ ਚਾਹੀਦੀਆਂ ਨੇ, ਪਰ ਪੋਡਕਾਸਟ ਦਾ ਨਾਂ ਜਿਹੜਾ ਉਹ ਦਿਲ ਦੀਆਂ ਗੱਲਾਂ ਨਹੀਂ ਰੱਖਿਆ, ਉਹ ਗਿੱਲ ਦੀਆਂ ਗੱਲਾਂ ਰੱਖਿਆ। ਲੇਕਿਨ ਸਿਰਫ ਗਿੱਲ ਦੀਆਂ ਗੱਲਾਂ ਨਹੀਂ ਨੇ, ਇਹ ਦਿਲ ਦੀਆਂ ਗੱਲਾਂ ਨੇ, ਤੁਹਾਡੇ ਦਿਲ ਦੀਆਂ ਗੱਲਾਂ ਨੇ, ਮੇਰੇ ਦਿਲ ਦੀਆਂ ਗੱਲਾਂ ਨੇ, ਸਭ ਦੇ ਦਿਲ ਦੀਆਂ ਗੱਲਾਂ ਨੇ। ਸੋਚ ਰਿਹਾ ਸੀ ਕਿ ਕਿੱਥੋਂ ਸ਼ੁਰੂ ਕਰਾਂ। ਮਿੱਤਰਾਂ ਨਾਲ ਗੱਲ ਕੀਤੀ, ਮਸ਼ਵਰਾ ਲਿਆ, ਸਮਝ ਨਹੀਂ ਆਈ, ਤੇ ਫਿਰ ਦਿਲ 'ਚ ਖਿਆਲ ਆਇਆ ਕਿ ਪੋਡਕਾਸਟ ਉੱਥੋਂ ਸ਼ੁਰੂ ਕਰਨੀ ਚਾਹੀਦੀ ਹੈ ਜਿੱਥੋਂ ਜ਼ਿੰਦਗੀ ਸ਼ੁਰੂ ਹੁੰਦੀ ਹੈ। ਅਤੇ ਜ਼ਿੰਦਗੀ ਮਾਂ ਦੀ ਕੋਖ ਤੋਂ ਸ਼ੁਰੂ ਹੁੰਦੀ ਹੈ, ਜ਼ਿੰਦਗੀ ਮਾਂ ਦੀ ਗੋਦ ਤੋਂ ਸ਼ੁਰੂ ਹੁੰਦੀ ਹੈ। ਅਤੇ ਮੈਂ ਇਸ ਲਈ ਪਹਿਲੀ ਪੋਡਕਾਸਟ ਜਿਹੜੀ ਉਹ ਆਪਣੀ ਮਾਂ ਦੇ ਨਾਂ ਕਰ ਰਿਹਾ ਅਤੇ ਸਾਰੀਆਂ ਦੀ ਮਾਵਾਂ ਦੇ ਨਾਂ ਕਰ ਰਿਹਾ। ਤੁਹਾਨੂੰ ਯਾਦ ਹੋਏਗਾ ਕਿ ਕੁਝ ਦਿਨਾਂ ਪਹਿਲੇ ਇੱਕ ਸਵਾਲ ਜਿਹੜਾ ਸੀ ਉਹ ਮੈਂ ਕੀਤਾ ਸੀ ਸੋਸ਼ਲ ਮੀਡੀਆ 'ਤੇ ਕਿ ਲੀਡਰਸ਼ਿਪ ਦੀਆਂ ਐਸੀਆਂ ਕਿਹੜੀਆਂ ਖਸੂਸੀਅਤ ਨੇ ਜਿਹੜੀ ਤੁਸੀਂ ਆਪਣੇ ਮਾਂ ਦੀ ਸ਼ਖਸੀਅਤ 'ਚ ਦੇਖਦੇ ਹੋ। ਇਹ ਸਵਾਲ ਕਰਨ ਦਾ ਮਕਸਦ ਇਹ ਸੀ ਕਿ ਅੱਜ ਕੱਲ੍ਹ ਬੜਾ ਚਰਚਾ ਲੀਡਰਸ਼ਿਪ ਦਾ, ਚਾਰ ਚਫੇਰੇ ਲਾਗੇ ਚਾਗੇ ਲੀਡਰਸ਼ਿਪ 'ਤੇ ਬੜੀ ਗੱਲ ਹੋ ਰਹੀ ਹੈ। ਹੋਟਲਾਂ 'ਤੇ, ਆਰਗੇਨਾਈਜੇਸ਼ਨਸ 'ਚ ਲੀਡਰਸ਼ਿਪ ਦੇ ਸੈਮੀਨਾਰ ਹੋ ਰਹੇ ਨੇ, ਲੋਕ ਟ੍ਰੇਨਿੰਗਾਂ ਅਟੈਂਡ ਕਰ ਰਹੇ ਨੇ, ਕਿਤਾਬਾਂ ਖਰੀਦ ਰਹੇ ਨੇ, ਕਿਤਾਬਾਂ ਪੜ੍ਹ ਰਹੇ ਨੇ, ਕਿਤਾਬਾਂ ਵੰਡ ਰਹੇ ਨੇ। ਬਹੁਤ ਸਾਰਾ ਲੀਡਰਸ਼ਿਪ ਦੇ ਹਵਾਲੇ ਨਾਲ ਸਾਡੇ ਜਿਹੜੀ ਚਾਹ ਦੇ ਖੋਖੇ 'ਤੇ ਬਹਿ ਕੇ ਵੀ ਗੱਲ ਹੁੰਦੀ, ਉਹ ਲੀਡਰਸ਼ਿਪ 'ਤੇ ਗੱਲ ਹੁੰਦੀ, ਸੋਸ਼ਲ ਮੀਡੀਆ 'ਤੇ ਲੀਡਰਸ਼ਿਪ ਦੀ ਗੱਲ ਹੁੰਦੀ ਹੈ। ਅਤੇ ਤੁਹਾਨੂੰ ਪਤਾ ਹੈ ਕਿ ਅਸੀਂ ਦਿਲ ਦੀ ਪੜਾਸ ਵੀ ਕੱਢਦੇ ਹਾਂ, ਲੀਡਰਸ਼ਿਪ ਨੂੰ ਕੋਸਦੇ ਵੀ ਹਾਂ। ਲੇਕਿਨ ਇਸ ਪੋਡਕਾਸਟ ਦਾ ਮਕਸਦ ਇਹ ਨਹੀਂ ਹੈ ਕਿ ਅਸੀਂ ਓਵਰਆਲ ਲੀਡਰਸ਼ਿਪ 'ਤੇ ਗੱਲ ਕਰੀਏ, ਸਿਰਫ ਇੱਕ ਆਗਾਜ਼ ਹੈ। ਅਤੇ ਮੈਂ ਜਿਹੜਾ ਸਵਾਲ ਕੀਤਾ ਸੀ ਉਹਦਾ ਬੜਾ ਅੱਛਾ ਰਿਸਪੌਂਸ ਆਇਆ, ਮਿੱਤਰਾਂ ਨੇ ਕੰਟਰੀਬਿਊਟ ਕੀਤਾ। ਸਵਾਲ ਹੈ ਸੀ ਕਿ what type of leadership characteristics you learn from mother। ਲੋਕਾਂ ਨੇ ਜੋ ਸ਼ੇਅਰ ਕੀਤਾ, ਮੈਂ ਪਹਿਲੇ ਚਾਹਾਂਗਾ ਕਿ ਮੈਂ ਤੁਹਾਡੇ ਨਾਲੋਂ ਸ਼ੇਅਰ ਕਰਦਾ ਹਾਂ ਪੁਆਇੰਟਸ। ਜ਼ਾਹਿਰ ਹੈ ਸਵਾਲ ਇੰਗਲਿਸ਼ 'ਚ ਸੀ ਅਤੇ ਉਹਦਾ ਜਵਾਬ ਵੀ ਇੰਗਲਿਸ਼ 'ਚ ਹੀ ਆਇਆ, ਅਤੇ ਪੰਜਾਬੀ 'ਚ ਮੈਂ ਇਸ ਲਈ ਗੱਲ ਕਰ ਰਿਹਾ ਕਿ ਜਦੋਂ ਪ੍ਰੋਗਰਾਮ ਹੀ ਮਾਂ ਦੇ ਨਾਮ ਹੈ ਅਤੇ ਫਿਰ ਮਾਂ ਬੋਲੀ 'ਚ ਹੀ ਗੱਲ ਹੋਣੀ ਚਾਹੀਦੀ ਹੈ। ਅਤੇ ਮੈਂ ਕੁਝ ਪੁਆਇੰਟਸ ਤੁਹਾਡੇ ਸਾਹਮਣੇ ਰੱਖਾਂਗਾ ਪਹਿਲੇ, ਫਿਰ ਉਹਦੇ ਬਾਅਦ ਜ਼ਰਾ ਗੱਲ ਕਰਾਂਗੇ। ਅੱਛਾ, ਇੱਕ ਹੋਰ ਵੀ ਮੈਂ ਗੱਲ ਕਰਾਂ ਕਿ ਕੋਈ ਸਕ੍ਰਿਪਟਡ ਗੱਲਬਾਤ ਨਹੀਂ ਹੈ, ਜੋ ਮੇਰੇ ਦਿਲ 'ਚ ਆ ਰਿਹਾ ਮੈਂ ਉਹ ਗੱਲ ਕਰ ਰਿਹਾ। ਮੈਂ ਇਸ ਟਾਈਮ ਬੈਠਾ ਆਪਣੇ ਰੂਮ 'ਚ, ਬੱਚੇ ਤੇ ਸੌਂ ਗਏ ਨੇ, ਅਤੇ ਮੈਂ ਕਿਹਾ ਚਲੋ ਮੌਕਾ ਅੱਛਾ ਹੈ, ਛੁੱਟੀ ਵੀ ਸੀ ਅੱਜ, ਅਤੇ ਪੋਡਕਾਸਟ ਜਿਹੜੀ ਉਹ ਨਾ ਉਹ ਮੁਕੰਮਲ ਕੀਤੀ ਜਾਏ। ਅਤੇ ਮੈਂ ਕੁਝ ਪੁਆਇੰਟਸ ਤੁਹਾਡੇ ਨਾਲ ਸ਼ੇਅਰ ਕਰ ਲੈਣਾ ਜਿਹੜੇ ਮੈਂ ਆਪਣੇ ਸੋਸ਼ਲ ਮੀਡੀਆ 'ਤੇ ਜਿਹੜੇ ਮੈਨੂੰ ਰਿਸਪੌਂਸਿਸ ਆਏ ਨੇ। ਪਹਿਲਾ ਪੁਆਇੰਟ ਸੀ ਕਿ ਕਿਸੇ ਨੇ ਲਿਖਿਆ ਕਿ ਅ ਸਟਰੋਂਗ ਐਂਡ ਪੋਜ਼ੀਟਿਵ ਬਿਲੀਫ ਸਿਸਟਮ, accepting mistakes, always at giving and be humble and kind to others, compassionate, don't give up in any situation, empowerment, decision making, encouragement on every failure and appreciation on every success, grooming growing kids, guidance and mentoring, listen, love everyone, opportunity and given space to play with compassion, organized empathy, patience, protecting from anything, sacrifice, strong, supportive and motivated, time management, unwavering support। एक साडे
ਇੱਕ ਸਾਡੀ ਭੈਣ ਹੈ, ਉਹਨੇ ਇੱਕ ਬੜਾ ਮੁਸ਼ਕਿਲ ਜਿਹਾ ਵਰਡ ਲਿਖਿਆ, ਫਿਰ ਮੈਨੂੰ ਗੂਗਲ 'ਤੇ ਜਾ ਕੇ ਉਹਦਾ ਮਤਲਬ ਵੇਖਣਾ ਪਿਆ, ਉਹਦੀ ਪ੍ਰੋਨਾਊਂਸੀਏਸ਼ਨ ਵੇਖਣੀ ਪਈ। ਆਈ ਹੋਪ ਕਿ ਮੈਂ ਉਹਨੂੰ ਅੱਛਾ ਪ੍ਰੋਨਾਊਂਸ ਕਰ ਸਕਾਂਗਾ। ਇਟ ਇਜ਼ obsequiousness, it means always ready to serve. It's a one kind of definition ਜਿਹੜੀ ਮੈਨੂੰ ਆਸਾਨ ਲੱਗੀ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ। ਤੇ ਇਹ ਕੁਝ ਪੁਆਇੰਟਸ ਹਨ ਜਿਹੜੇ ਮੇਰੇ ਕੋਲ ਆਏ ਉਸ ਸੋਸ਼ਲ ਮੀਡੀਆ ਦੇ ਰਿਸਪੌਂਸ ਦੇ ਥਰੂ। ਲੇਕਿਨ ਇਸ ਪੋਡਕਾਸਟ ਕਰਨ ਦਾ ਮਕਸਦ ਹੈ ਵੇ ਕਿ ਅਸੀਂ ਜਦੋਂ ਕਿਸੇ ਵੀ ਰੋਲ 'ਚ ਹੁੰਦੇ ਹਾਂ, ਮੇਰੇ ਨਜ਼ਦੀਕ ਸਾਰੇ ਲੀਡਰ ਨੇ। ਉਹ ਨਹੀਂ ਹੈ ਕਿ ਕੋਈ ਫਲਾਣਾ CEO ਲੱਗਾ ਦਾ ਜਾਂ ਫਲਾਣਾ ਕੋਈ ਮੈਨੇਜਰ ਲੱਗਾ ਜਾਂ ਕੋਈ ਵਜ਼ੀਰ ਆਜ਼ਮ ਲੱਗਾ। ਅਸੀਂ ਸਾਰੇ ਲੀਡਰ ਹਾਂ ਅਤੇ ਸਾਨੂੰ ਕਿਸ ਤਰ੍ਹਾਂ ਅਸੀਂ ਆਪਣਾ ਮੁਸਬਤ ਰੋਲ ਇਸ ਮਾਸ਼ਰੇ 'ਚ ਅਦਾ ਕਰ ਸਕਦੇ ਹਾਂ, ਲੇਕਿਨ ਅਸੀਂ ਸਿੱਖਣਾ ਕਿੱਥੋਂ ਹੈ। ਅਤੇ ਜਿਹੜਾ ਮੈਨੂੰ ਲੱਗਦਾ ਹੈ, ਬਲਕਿ ਤੁਸੀਂ ਵੀ ਇਤਫਾਕ ਕਰੋਗੇ ਕਿ ਸਾਡੀ ਜਿਹੜੀ ਪਹਿਲੀ ਐਗਜ਼ੈਂਪਲ ਨਾ ਰੀਅਲ ਲੀਡਰਸ਼ਿਪ ਦੀ, ਉਹ ਸਾਡੀ ਮਾਂ ਹੈ। ਅਸੀਂ ਹੋਰ ਕਿੱਥੋਂ ਸਿੱਖਣਾ ਹੈ? ਅਸੀਂ ਉਹ ਗੋ ਦੇ ਜਿੱਥੇ ਅਸੀਂ ਪਹਿਲਾ ਲਫ਼ਜ਼ ਬੋਲਦੇ ਹਾਂ, ਪਹਿਲਾ ਅੱਖਰ ਅਦਾ ਕਰਨੇ ਆ, ਅਤੇ ਉਹ ਮਾਂ ਹੁੰਦਾ ਅਤੇ ਅਸੀਂ ਉਹਦੇ ਕੋਈ ਸਭ ਕੁਝ ਸਿੱਖਦੇ ਹਾਂ। ਅਤੇ ਮੇਰਾ ਖਿਆਲ ਹੈ ਕਿ ਠੀਕ ਹੈ, ਕਿਤਾਬਾਂ ਪੜ੍ਹਨੀਆਂ, ਟ੍ਰੇਨਿੰਗਾਂ ਲੈਣੀਆਂ, ਸੈਮੀਨਾਰ ਅਟੈਂਡ ਕਰਨੇ ਉਹ ਜ਼ਰੂਰੀ ਹੈ। ਉਹਦੇ ਤੋਂ ਨਿਖਾਰ ਆਉਂਦਾ ਸ਼ਖਸੀਅਤ 'ਚ। ਹਰ ਕੋਈ ਆਪਣੇ ਮਜ਼ਹਬ ਦੇ ਲਿਹਾਜ਼ ਨਾਲ ਆਪਣੇ ਮਜ਼ਹਬੀ ਰਹਿਨੁਮਾਵਾਂ ਨੂੰ ਫਾਲੋ ਕਰਦਾ, ਉਹਨਾਂ ਦੀ ਲੀਡਰਸ਼ਿਪ ਨੂੰ ਵੇਖ ਕੇ ਅੱਗੇ ਵੱਧਦਾ ਹੈ। ਲੇਕਿਨ ਅਸੀਂ ਕਿਉਂਕਿ ਮੌਜ਼ੂ ਜਿਹੜਾ ਹੈ ਉਹ ਮਾਂ ਅਤੇ ਲੀਡਰਸ਼ਿਪ ਹੈ, ਅਤੇ ਅਸੀਂ ਉਹਦੇ 'ਤੇ ਗੱਲ ਕਰਾਂਗੇ। ਜਿਹੜਾ ਮੈਨੂੰ ਲੱਗਦਾ ਹੈ ਤੁਸੀਂ ਵੀ ਇਹਦੇ ਨਾਲ ਇਤਫਾਕ ਕਰੋਗੇ ਕਿ ਪਹਿਲੀ ਜਿਹੜੀ ਐਗਜ਼ੈਂਪਲ ਹੈ ਸਾਡੇ ਵਾਸਤੇ ਲੀਡਰਸ਼ਿਪ ਦੀ, ਉਹ ਸਾਡੀ ਮਾਂ ਹੈ। ਅਸੀਂ ਈਵਨ ਕਿ ਪਹਿਲਾ ਜਦੋਂ ਲਫ਼ਜ਼ ਬੋਲਦੇ ਹਾਂ ਉਹ ਮਾਂ ਅਸੀਂ ਅਦਾ ਕਰਨੇ ਹਾਂ, ਅਤੇ ਬਾਕੀ ਚੀਜ਼ਾਂ ਵੀ ਅਸੀਂ ਉਹਦੇ ਕੋਲ ਹੀ ਸਿੱਖਣੇ ਹਾਂ। ਅਤੇ ਜਦੋਂ ਗੱਲ ਲੀਡਰਸ਼ਿਪ ਦੀ ਕਰਾਂਗੇ ਅਤੇ ਅਸੀਂ ਉਸੀ ਹਸਤੀ ਨੂੰ ਆਪਣੇ ਸਾਹਮਣੇ ਰੱਖ ਕੇ ਅੱਜ ਗੱਲ ਕਰਾਂਗੇ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਕਿਤਾਬਾਂ ਪੜ੍ਹਨ ਨਾਲ, ਸੈਮੀਨਾਰਸ ਅਟੈਂਡ ਕਰਨ ਨਾਲ, ਟ੍ਰੇਨਿੰਗਾਂ ਲੈਣ ਨਾਲ, ਲੀਡਰਸ਼ਿਪ ਦੇ ਹਵਾਲੇ ਨਾਲ ਸ਼ਖਸੀਅਤ 'ਚ ਨਿਖਾਰ ਆਉਂਦਾ। ਹਰ ਕੋਈ ਆਪਣੇ ਉਹਦੇ ਕੋਈ ਨਾ ਕੋਈ ਐਸੀ ਸ਼ਖਸੀਅਤ ਨੂੰ ਜ਼ਿਹਨ 'ਚ ਰੱਖਦਾ ਕਿ ਯਾਰ ਹਾਂ ਮੈਂ ਇਹਨੂੰ ਫਾਲੋ ਕਰਾਂਗਾ, ਮੈਂ ਅਗਰ ਮੈਨੂੰ ਕੋਈ ਰੋਲ ਮਿਲਦਾ ਹੈ ਲੀਡਰਸ਼ਿਪ ਦਾ ਅਤੇ ਮੈਂ ਇਸ ਤਰ੍ਹਾਂ ਕਰਾਂਗਾ ਜਿਸ ਤਰ੍ਹਾਂ ਇਹ ਕਰਦਾ। ਉਹਦੇ ਵਾਸਤੇ ਤੁਸੀਂ ਆਪਣੇ ਮਜ਼ਹਬੀ ਰਹਿਨੁਮਾਵਾਂ ਨੂੰ ਵੀ, ਈਵਨ ਕਿ ਅੰਬੀਆ ਨੂੰ ਵੀ ਤੁਸੀਂ ਫਾਲੋ ਕਰਦੇ ਹੋ ਕਿ ਉਹਨਾਂ ਦਾ ਕੀ ਕਿਰਦਾਰ ਰਿਹਾ। ਲੇਕਿਨ ਕਿਉਂਕਿ ਮੌਜ਼ੂ ਜਿਹੜਾ ਵੇ ਉਹ ਮਾਂ ਅਤੇ ਲੀਡਰਸ਼ਿਪ ਹੈ, ਅਤੇ ਅਸੀਂ ਮਾਂ ਦੀ ਲੀਡਰਸ਼ਿਪ 'ਤੇ ਗੱਲ ਕਰਾਂਗੇ ਕਿ ਅਸੀਂ ਉਹਦੇ ਤੋਂ ਕੀ ਸਿੱਖਦੇ ਹਾਂ। ਇਹ ਗੱਲ ਕਰਨ ਦਾ ਮਕਸਦ ਸਿਰਫ ਹੈ ਵੇ ਕਿ ਅਗਰ ਅਸੀਂ ਕਿਸੇ ਐਸੀ ਹੈਸੀਅਤ 'ਚ ਕੰਮ ਕਰ ਰਹੇ ਹਾਂ, ਸਾਨੂੰ ਕੁਝ ਲੋਕ ਫਾਲੋ ਕਰ ਰਹੇ ਨੇ, ਸਾਡੀ ਗੱਲਬਾਤ ਦਾ ਕਿਸੇ 'ਤੇ ਅਸਰ ਹੁੰਦਾ ਹੈ, ਅਤੇ ਕੈਸੀਆਂ ਐਸੀਆਂ ਖਸੂਸੀਆਤ ਨੇ ਜਿਹੜੀਆਂ ਸਾਨੂੰ ਆਪਣੀ ਜ਼ਿੰਦਗੀ 'ਚ ਰੱਖਣੀਆਂ ਚਾਹੀਦੀਆਂ ਨੇ। ਅਸੀਂ ਕਿਉਂ ਉਹ ਚੀਜ਼ਾਂ ਆਪਣੀ ਜ਼ਿੰਦਗੀ 'ਚ ਨਹੀਂ ਅਪਣਾ ਸਕਦੇ? ਹੱਤਾਂ ਕਿ ਤੁਸੀਂ ਅਗਰ ਲਾਗੇ ਚਾਗੇ ਲੀਡਰਸ਼ਿਪ ਨੂੰ ਵੀ ਵੇਖ ਲਓ ਅਤੇ ਤੁਹਾਨੂੰ ਬਹੁਤ ਸਾਰੇ ਗੈਪ ਨਜ਼ਰ ਆਉਣਗੇ। ਅਤੇ ਉਹ ਗੈਪ ਕਿਉਂ ਨੇ? ਜਦੋਂ ਤੁਹਾਡੇ ਇੱਕ ਹਸਤੀ ਜਿਹਨੇ ਤੁਹਾਨੂੰ ਪਾਲਿਆ ਹੈ, ਜਿਹਦੇ ਨਾਲ ਤੁਸੀਂ ਜ਼ਿੰਦਗੀ ਗੁਜ਼ਾਰੀ ਹੈ, ਉਹਨੇ ਤੁਸੀਂ ਉਹਨੂੰ ਵੇਖਿਆ ਅਤੇ ਤੁਸੀਂ ਕਿਉਂ ਚੀਜ਼ਾਂ ਆਪਣੇ ਅੰਦਰ ਕਿਉਂ ਨਹੀਂ ਲੈ ਕੇ ਆ ਸਕੇ? ਅਤੇ ਐਸਾ ਕੀ ਹੈ ਜਿਹੜਾ ਤੁਸੀਂ ਮਾਂ ਕੋਲੋਂ ਨਹੀਂ ਸਿੱਖ ਸਕਦੇ ਅਤੇ ਤੁਹਾਨੂੰ ਜਿਹੜਾ ਉਹਦੇ ਲਈ ਟ੍ਰੇਨਿੰਗਾਂ ਕਰਨ ਦੀ ਲੋੜ ਪੈਂਦੀ ਹੈ? ਅਤੇ ਕੁਝ ਚੀਜ਼ਾਂ ਮੈਂ ਆਪਣੇ ਦਿਲ ਦੀਆਂ ਤੁਹਾਡੇ ਸਾਹਮਣੇ ਰੱਖਾਂਗਾ, ਕਿਉਂਕਿ ਗੱਲਾਂ ਤੇ ਦਿਲ ਦੀਆਂ ਨੇ, ਮਗਰ ਪ੍ਰੋਗਰਾਮ ਦਾ ਨਾਂ ਹੈ ਜਾਂ ਪੋਡਕਾਸਟ ਦਾ ਨਾਂ ਹੈ ਦਿਲ ਦੀਆਂ ਗੱਲਾਂ। ਅਗਰ ਅਸੀਂ ਪਹਿਲੀ ਗੱਲ ਕਰੀਏ ਅਤੇ ਮੈਂ ਜਿਸ ਤਰ੍ਹਾਂ ਪਹਿਲੇ ਕਿਹਾ ਕਿ ਕੋਈ ਸਕ੍ਰਿਪਟਡ ਗੱਲ ਨਹੀਂ ਹੈ, ਜੋ ਮੇਰੇ ਦਿਲ 'ਚ ਗੱਲ ਆ ਰਹੀ ਹੈ, ਜੋ ਮੈਂ ਪੜ੍ਹਿਆ, ਜੋ ਮੈਂ ਸਿੱਖਿਆ, ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ। ਸਭ ਤੋਂ ਪਹਿਲੀ ਅਸੀਂ ਗੱਲ ਕਰਨੇ ਆ ਕਿ ਵਿਜ਼ਨ ਦੀ। ਤੁਸੀਂ ਸੁਣਿਆ ਹੋਣਾ ਨਾ ਕਿ ਲੀਡਰ ਉਹ ਹੁੰਦਾ ਜਿਹਦਾ ਵਿਜ਼ਨ ਹੁੰਦਾ ਹੈ, ਅਤੇ ਜੋ ਵਿਜ਼ਨ ਲੈ ਕੇ ਚੱਲਦਾ ਹੈ ਅਤੇ ਉਹ ਲੋਕਾਂ ਨੂੰ ਉੱਥੇ ਤੱਕ ਲੈ ਕੇ ਜਾਂਦਾ ਹੈ ਜਿਹੜਾ ਉਹਨੇ ਵਿਜ਼ਨ ਵੇਖਿਆ ਹੁੰਦਾ। ਅਤੇ ਅਗਰ ਤੁਸੀਂ ਮਾਂ ਨੂੰ ਵੇਖੋ ਅਤੇ ਮਾਂ ਜਿਹੜੀ ਹੈ ਉਹਦਾ ਇੱਕ ਹੀ ਵਿਜ਼ਨ ਹੁੰਦਾ ਹੈ, ਅਤੇ ਉਹ ਆਪਣੇ ਵਿਜ਼ਨ ਤੋਂ ਕਦੀ ਵੀ ਨਹੀਂ ਹਟਦੀ, ਉਹਦੀਆਂ ਨਜ਼ਰਾਂ ਉਸ ਵਿਜ਼ਨ ਤੋਂ ਨਹੀਂ ਹਟਦੀਆਂ। ਉਹਦਾ ਇੱਕ ਹੀ ਵਿਜ਼ਨ ਹੁੰਦਾ ਕਿ ਉਹਦੇ ਜਿਹੜੇ ਬੱਚੇ ਨੇ, ਉਹਦੀ ਜਿਹੜੀ ਔਲਾਦ ਹੈ ਉਹ ਕਿਸੇ ਮੁਕਾਮ ਤੱਕ ਪਹੁੰਚ ਜਾਏ। ਉਹ ਉਸ ਵਿਜ਼ਨ ਨੂੰ ਪੂਰਾ ਕਰਨ ਵਾਸਤੇ ਆਪਣਾ ਪੂਰਾ ਜ਼ੋਰ ਲਾਉਂਦੀ ਹੈ, ਆਪਣੇ ਜ਼ਰੂਰੀਆਤ ਨੂੰ ਪਿੱਛੇ ਰੱਖਦੀ ਹੈ, ਸ਼ਾਇਦ ਭੁੱਖ ਵੀ ਕੱਟਦੀ ਹੈ, ਉਹ ਮਿਹਣੇ ਵੀ ਸੁਣਦੀ ਹੈ।
ਉਹ ਮਾਰਾਂ ਵੀ ਖਾਂਦੀ ਹੈ। ਉਹਦੀ ਭਾਵੇਂ ਆਪਣੇ ਬੰਦੇ ਨਾਲ ਨਹੀਂ ਬਣ ਰਹੀ, ਭਾਵੇਂ ਉਹਦੀ ਆਪਣੇ ਸਸੁਰਾਲ 'ਚ ਨਹੀਂ ਬਣ ਰਹੀ, ਲੇਕਿਨ ਉਹ ਆਪਣੇ ਬੱਚਿਆਂ ਦੀ ਜ਼ਰੂਰੀਆਤ ਦਾ ਖਿਆਲ ਰੱਖਦੀ ਹੈ। ਉਹ ਆਪਣੀ ਨਜ਼ਰ ਉਹਨਾਂ ਤੋਂ ਨਹੀਂ ਹਟਾਉਂਦੀ, ਕਿਉਂਕਿ ਉਹਦਾ ਵਿਜ਼ਨ ਹੈ ਕਿ ਉਹਦੇ ਬੱਚੇ ਮਾਸ਼ਰੇ 'ਚ ਇੱਕ ਮੁਕਾਮ ਹਾਸਲ ਕਰ ਸਕਣ। ਅਤੇ ਲੀਡਰਸ਼ਿਪ ਦੀ ਦੋ ਵੱਡੀ ਖਸੂਸੀਅਤ ਹੋਰ ਮੈਨੂੰ ਨਹੀਂ ਸਮਝ ਆਉਂਦੀ। ਤੁਸੀਂ ਦੇਖ ਲਵੋ, ਅਗਰ ਤੁਸੀਂ ਆਪਣੀ ਮਾਵਾਂ ਨੂੰ ਵੀ ਵੇਖ ਲਓ ਕਿ ਉਹ ਬਿਮਾਰ ਵੀ ਹੋਣਗੀਆਂ ਅਤੇ ਸੁਬਾਹ ਉੱਠ ਕੇ ਉਹ ਰੋਟੀ ਵੀ ਬਣਾਉਣਗੀਆਂ, ਬੱਚਿਆਂ ਨੂੰ ਸਕੂਲ ਵੀ ਭੇਜਣਗੀਆਂ। ਜਿਹੜੇ ਬੱਚੇ ਆਫਿਸ ਜਾਣ ਦੀ ਉਮਰ 'ਚ ਆ ਜਾਂਦੇ ਨੇ, ਉਹ ਨਾਸ਼ਤੇ ਵੀ ਉਹਨਾਂ ਦਾ ਧਿਆਨ ਰੱਖਦੀ ਹੈ, ਕਿਉਂਕਿ ਉਹਦਾ ਇੱਕ ਵਿਜ਼ਨ ਹੈ ਕਿ ਉਹਦੇ ਬੱਚੇ ਕੋਈ ਮੁਕਾਮ ਹਾਸਲ ਕਰ ਲੈਣ ਅਤੇ ਉਹਦੇ ਵਾਸਤੇ ਉਹ ਸਭ ਕੁਝ ਕਰੇਗੀ। ਉਹ ਉਹਨਾਂ ਦਾ ਖਿਆਲ ਰੱਖੇਗੀ, ਉਹਨਾਂ ਦੀ ਜ਼ਰੂਰੀਆਤ ਦਾ ਖਿਆਲ ਰੱਖੇਗੀ। ਉਹ ਕਦੀ ਵੀ ਬਹਾਨਾ ਨਹੀਂ ਲਾਏਗੀ ਕਿ ਮੈਂ ਬਿਮਾਰ ਹਾਂ ਅਤੇ ਇਸ ਲਈ ਮੇਰਾ ਬੱਚਾ ਇਹ ਨਹੀਂ ਕਰ ਸਕਦਾ, ਮੈਨੂੰ ਮੇਰੀ ਬੰਦੇ ਨਾਲ ਨਹੀਂ ਬਣ ਰਹੀ, ਮੈਂ ਇਸ ਲਈ ਬੱਚਿਆਂ ਦਾ ਖਿਆਲ ਨਹੀਂ ਰੱਖ ਸਕਦੀ, ਮੇਰੀ ਸਹੁਰਿਆਂ ਨਾਲ ਨਹੀਂ ਬਣ ਰਹੀ, ਮੈਂ ਇਸ ਲਈ ਬੱਚਿਆਂ ਦਾ ਖਿਆਲ ਨਹੀਂ ਰੱਖ ਸਕਦੀ, ਮੇਰੀ ਜ਼ਰੂਰੀਆਤ ਨਹੀਂ ਪੂਰੀਆਂ ਹੋ ਰਹੀਆਂ, ਮੈਂ ਇਸ ਲਈ ਬੱਚਿਆਂ ਦਾ ਖਿਆਲ ਨਹੀਂ ਰੱਖ ਸਕਦੀ। ਜਸਟ ਇਮੈਜਨ ਕਿ ਉਹ ਬੱਚਿਆਂ ਵਾਸਤੇ ਕੀ ਕੁਰਬਾਨੀ ਦਿੰਦੀ, ਕਿਉਂਕਿ ਉਹਦੇ ਇੱਕ ਜਿਹੜਾ ਵਿਜ਼ਨ ਹੈ ਨਾ, ਉਹ ਵਿਜ਼ਨ ਨੂੰ ਆਪਣੇ ਸਾਹਮਣੇ ਰੱਖਦੀ ਹੈ। ਉਹਦੇ ਵਾਸਤੇ ਉਹ ਕੋਈ ਬਹਾਨਾ ਨਹੀਂ ਕਰਦੀ, ਉਹ ਹਰ ਚੀਜ਼ ਜਿਹੜੀ ਹੈ ਨਾ ਉਸ ਵਿਜ਼ਨ ਤੋਂ ਪਿੱਛੇ ਰੱਖਦੀ ਹੈ। ਉਹਦੇ ਲਈ ਅਵਲੀਨ ਜਿਹੜੀ ਤਰਜੀਹ ਹੈ ਉਹ ਵਿਜ਼ਨ ਹੈ। ਅਤੇ ਅਗਰ ਅਸੀਂ ਹੁਣ ਇਸ ਖਸੂਸੀਅਤ ਨੂੰ ਆਪਣੇ ਅਦਾਰਿਆਂ 'ਚ ਅਪਲਾਈ ਕਰਨਾ ਚਾਹੀਏ, ਤਾਂ ਕਿ ਆਪਣੇ ਮੁਲਕ 'ਚ ਅਪਲਾਈ ਕਰਨਾ ਚਾਹੀਏ, ਅਤੇ ਉਹਦੀ ਇੱਕ ਹੀ ਗੱਲ ਹੈ ਕਿ ਇੱਕ ਲੀਡਰ ਬਹਾਨਾ ਨਹੀਂ ਕਰ ਸਕਦਾ ਕਿ ਮੇਰੀ ਗੱਲ ਨਹੀਂ ਮੰਨੀ, ਮੈਨੂੰ ਫਲਾਣੀ ਚੀਜ਼ ਨਹੀਂ ਮਿਲੀ, ਮੈਨੂੰ ਕੋਈ ਅਹਿਮੀਅਤ ਨਹੀਂ ਦਿੰਦਾ ਅਤੇ ਮੈਂ ਜਿਹੜਾ ਨੇ ਇਸ ਲਈ ਆਪਣੀ ਜ਼ਿੰਮੇਦਾਰੀ ਪੂਰੀ ਨਹੀਂ ਕਰ ਸਕਦਾ। ਲੇਕਿਨ ਜਦੋਂ ਮਾਂ ਦੀ ਖਸੂਸੀਅਤ ਵੇਖੋਗੇ ਤਾਂ ਤੁਸੀਂ ਸਮਝ ਜਾਓਗੇ ਕਿ ਵਿਜ਼ਨ ਜਿਹੜਾ ਹੈ ਨਾ, ਉਹਨੂੰ ਸਾਹਮਣੇ ਰੱਖਣਾ, ਉਹਦੇ ਵਾਸਤੇ ਫਿਰ ਕੋਈ ਬਹਾਨਾ ਨਹੀਂ ਚੱਲਦਾ। ਤੁਹਾਡੀ ਫਿਰ ਜਿਹੜੀ ਜ਼ਿੰਮੇਦਾਰੀ ਹੈ, ਜਿਹੜੇ ਤੁਹਾਡੇ ਫਾਲੋਅਰਸ ਨੇ, ਜਿਸ ਤਰ੍ਹਾਂ ਮਾਂ ਆਪਣੇ ਬੱਚਿਆਂ ਦਾ ਖਿਆਲ ਰੱਖਦੀ ਹੈ, ਫਿਰ ਉਸ ਲੀਡਰ ਨੂੰ ਵੀ ਆਪਣੇ ਫਾਲੋਅਰਸ ਦਾ ਖਿਆਲ ਰੱਖਣਾ ਹੈ। ਅਗਰ ਉਹ ਚਾਹੁੰਦਾ ਜਾਂ ਉਹ ਕਹਿੰਦਾ ਕਿ ਮੇਰਾ ਇੱਕ ਵਿਜ਼ਨ ਹੈ ਅਤੇ ਮੈਂ ਆਪਣੀ ਕੌਮ ਨੂੰ ਜਾਂ ਆਪਣੇ ਫਾਲੋਅਰਸ ਨੂੰ ਕਿਤੇ ਲੈ ਕੇ ਜਾਣਾ ਹੈ, ਤਾਂ ਫਿਰ ਉਸ ਮਾਹਰ ਜਿਹੜਾ ਵਰਤਾਓ ਕਰਦਾ ਹੈ ਕਿ ਉਹ ਆਪਣੀ ਜ਼ਰੂਰੀਆਤ, ਆਪਣੇ ਮੁਸ਼ਕਲਾਤ ਨੂੰ ਪਿੱਛੇ ਰੱਖ ਕੇ ਅਤੇ ਬੱਚਿਆਂ ਨੂੰ ਇੱਕ ਐਸਾ ਮਾਹੌਲ, ਜਿਸ ਤਰ੍ਹਾਂ ਮਾਂ ਬੱਚਿਆਂ ਨੂੰ ਕੋਈ ਮਾਹੌਲ ਦਿੰਦੀ ਹੈ, ਐਸਾ ਹੈਲਦੀ ਮਾਹੌਲ ਦਿੰਦੀ ਹੈ, ਇੱਕ ਸੇਫ ਮਾਹੌਲ ਦਿੰਦੀ ਹੈ, ਅਤੇ ਉਹਦਾ ਵੀ ਕੰਮ ਹੈ ਵੇ ਕਿ ਉਹ ਆਪਣੇ ਫਾਲੋਅਰਸ ਨੂੰ ਆਪਣੀ ਕੌਮ ਵਾਸਤੇ ਕਿਸ ਤਰ੍ਹਾਂ ਦਾ ਮਾਹੌਲ ਬਣਾਏ ਕਿ ਉਹਦੇ ਫਾਲੋਅਰਸ ਉਹਦੀ ਕੌਮ ਜਿਹੜੀ ਗਰੋ ਕਰ ਸਕੇ। ਜਿਸ ਤਰ੍ਹਾਂ ਮਾਂ ਇੱਕ ਐਸਾ ਮਾਹੌਲ ਦਿੰਦੀ ਹੈ ਕਿ ਉਹਦੇ ਬੱਚੇ ਇੱਕ ਅੱਛਾ ਗਰੋ ਕਰ ਸਕਣ। ਉਹ ਇਹਦੇ 'ਚ ਕਿ ਅਮੀਰ ਜਾਂ ਗਰੀਬ ਮਾਂ ਦੀ ਗੱਲ ਨਹੀਂ ਹੋ ਰਹੀ। ਮਾਂ ਭਾਵੇਂ ਗਰੀਬ ਹੈ ਅਤੇ ਭਾਵੇਂ ਅਮੀਰ ਹੈ, ਭਾਵੇਂ ਮਹਿਲਾਂ 'ਚ ਰਹਿ ਰਹੀ ਅਤੇ ਭਾਵੇਂ ਝੁੱਗੀਆਂ 'ਚ ਰਹਿ ਰਹੀ, ਉਹਦੀ ਜਿਹੜਾ ਵਿਜ਼ਨ ਹੈ ਉਹ ਵਿਜ਼ਨ ਜਿਹੜਾ ਉਹ ਕਾਮਨ ਹੈ। ਦੂਸਰੀ ਗੱਲ ਅਗਰ ਅਸੀਂ ਕਰੀਏ ਜਿਹੜੀ ਮੇਰੇ ਦਿਲ 'ਚ ਆ ਰਹੀ ਹੈ, ਉਹ ਇਹ ਵੇ ਕਿ ਲੀਡਰ ਜਿਹੜਾ ਹੁੰਦਾ ਨਾ, ਉਹ ਸਬਰ ਹੁੰਦਾ ਉਹਦੇ 'ਚ, ਉਹ ਪੇਸ਼ੈਂਸ ਉਹਦੇ 'ਚ ਹੁੰਦੀ ਹੈ। ਉਹ ਇੰਤਜ਼ਾਰ ਕਰਦਾ ਹੈ ਕਿ ਜਿਹੜਾ ਰਿਜ਼ਲਟ ਹੈ ਨਾ, ਉਹ ਇੱਕਦਮ ਨਹੀਂ ਆ ਜਾਂਦਾ। ਮਾਂ ਨੂੰ ਵੀ ਪਤਾ ਹੁੰਦਾ ਕਿ ਰਿਜ਼ਲਟ ਇੱਕਦਮ ਨਹੀਂ ਆਉਣਾ। ਅਤੇ ਤੁਸੀਂ ਵੇਖੋ ਕਿ ਇਹ ਜਿਹੜਾ ਪੇਸ਼ੈਂਸ ਦੀ ਅਗਰ ਅਸੀਂ ਗੱਲ ਕਰ ਰਹੇ ਹਾਂ, ਅਸੀਂ ਸਬਰ ਦੀ ਗੱਲ ਕਰ ਰਹੇ ਹਾਂ, ਤਾਂ ਸਬਰ ਸਟਾਰਟ ਉਦੋਂ ਹੀ ਹੋ ਜਾਂਦਾ ਜਦੋਂ ਬੱਚਾ ਕਨਸੀਵ ਹੁੰਦਾ, ਜਦੋਂ ਉਹ ਮਾਂ ਦੇ ਪੇਟ 'ਚ 1 ਮਿੰਟ ਦਾ ਹੁੰਦਾ ਜਾਂ ਕਹਿ ਲਓ ਕਿ 1 ਦਿਨ ਦਾ ਹੁੰਦਾ, ਉਦੋਂ ਹੀ ਸਬਰ ਜਿਹੜਾ ਸਟਾਰਟ ਹੋ ਜਾਂਦਾ। ਤਾਂ ਮਾਂ 9 ਮਹੀਨੇ ਇੱਕ ਸਬਰ ਕਰਦੀ ਹੈ ਕਿ ਉਹ ਜਿਹੜਾ ਰਿਜ਼ਲਟ ਹੈ ਉਹ ਆਏਗਾ। ਅਤੇ ਤੁਸੀਂ ਵੇਖ ਸਕਦੇ ਹੋ ਕਿ ਉਹ ਕਿਹੜੀਆਂ ਮੁਸ਼ਕਲਾਤ ਤੋਂ ਗੁਜ਼ਰਦੀ ਹੈ, ਅਤੇ ਫਿਰ ਉਹ ਖੁਸ਼ੀ ਦਾ ਇੱਕ ਮਕਾਮ ਹੁੰਦਾ ਜਦੋਂ ਬੱਚਾ ਦੁਨੀਆ 'ਚ ਆਉਂਦਾ ਹੈ। ਫਿਰ ਇਸ ਤਰ੍ਹਾਂ ਹੀ ਉਹਦੇ ਬੱਚੇ ਦੇ ਬੋਲਣ ਦਾ ਇੰਤਜ਼ਾਰ ਕਰਦੀ ਹੈ, ਉਹਦੇ ਫਿਰ ਟੁਰਨ ਦਾ ਇੰਤਜ਼ਾਰ ਕਰਦੀ ਹੈ, ਫਿਰ ਉਹਦੇ ਸਕੂਲ ਜਾਣ ਦਾ ਇੰਤਜ਼ਾਰ ਕਰਦੀ ਹੈ, ਫਿਰ ਇੰਤਜ਼ਾਰ ਕਰਦੀ ਹੈ ਕਿ ਵੱਡਾ ਹੋਏਗਾ, ਕਾਲਜ ਜਾਏਗਾ, ਯੂਨੀਵਰਸਿਟੀ ਜਾਏਗਾ, ਪੜ੍ਹੇਗਾ, ਕਮਾਈ ਕਰੇਗਾ, ਇਹਦਾ ਵਿਆਹ ਹੋਏਗਾ, ਅੱਗੋਂ ਇਹਦੇ ਬੱਚੇ ਹੋਣਗੇ, ਨਸਲ ਵਧੇਗੀ। ਅਤੇ ਜਸਟ ਇਮੈਜਨ ਕਿ ਉਹ ਜਿਹੜਾ ਪੇਸ਼ੈਂਸ ਸੀ ਉਸ ਮਾਂ ਦਾ, ਉਹ ਕਿੰਨਾ ਜ਼ਿਆਦਾ ਹੈ। ਉਹ ਇਹ ਨਹੀਂ ਕਹਿੰਦੀ ਕਿ ਚਲੋ ਬੱਚਾ ਕੋਈ ਕੰਮ ਨਹੀਂ ਕਰ ਰਿਹਾ, ਬੱਚਾ ਪੜ੍ਹ ਨਹੀਂ ਰਿਹਾ, ਬੱਚਾ ਇਸ ਤਰ੍ਹਾਂ ਨਹੀਂ ਕਰ ਰਿਹਾ ਜਾਂ ਉਸ ਤਰ੍ਹਾਂ ਨਹੀਂ ਕਰ ਰਿਹਾ, ਅਤੇ ਉਹ ਸਭ ਕੁਝ ਛੱਡ ਕੇ ਬਹਿ ਜਾਏਗੀ। ਨਹੀਂ, ਮਾਂ ਦੇ ਸਬਰ ਨੂੰ ਕੋਈ ਨਹੀਂ ਪਹੁੰਚ ਸਕਦਾ। ਇਸ ਲਈ ਜਿਹੜਾ ਲੀਡਰ ਹੈ ਨਾ, ਉਹਨੂੰ ਵੀ ਉਸ ਸਬਰ ਦੀ ਜਿਹੜੀ ਖਸੂਸੀਅਤ ਹੈ, ਜਿਹੜੀ ਮਾਂ 'ਚ ਉਹ ਸਬਰ ਦੀ ਖਸੂਸੀਅਤ ਹੈ, ਉਹਨੂੰ ਡਿਮੋਨਸਟ੍ਰੇਟ ਕਰਨਾ ਹੈ ਉਸ ਚੀਜ਼ ਨੂੰ। ਭਾਵੇਂ ਉਹ ਜਿਸ ਤਰ੍ਹਾਂ ਪਹਿਲੇ ਮੈਂ ਗੱਲ ਕੀਤੀ ਕਿ ਉਹ ਲੀਡਰ ਜਿਹੜਾ ਹੈ ਉਹਦੇ ਫਾਲੋਅਰਸ ਨੇ, ਉਹ ਭਾਵੇਂ ਕਿ ਕੌਮ ਦਾ ਲੀਡਰ, ਈਵਨ ਕਿ ਅਗਰ ਤੁਸੀਂ ਵੀ ਹੋ, ਤੁਹਾਡੇ ਕੋਈ ਹੈਸੀਅਤ 'ਚ ਤੁਸੀਂ ਕੰਮ ਕਰ ਰਹੇ ਹੋ,
ਤੇ ਸਬਰ ਜਿਹੜਾ ਨਾ ਉਹ ਬਹੁਤ ਜ਼ਰੂਰੀ ਹੈ ਉਸ ਰਿਜ਼ਲਟ ਨੂੰ ਹਾਸਲ ਕਰਨ ਵਾਸਤੇ। ਉਹ ਜਿਹੜਾ ਡਿਜ਼ਾਇਰਡ ਆਊਟਕਮ ਹੈ ਉਹਨੂੰ ਹਾਸਲ ਕਰਨ ਵਾਸਤੇ ਇੱਕ ਸਬਰ ਦੀ ਜਿਹੜੀ ਖਸੂਸੀਅਤ ਹੈ ਉਹ ਬਹੁਤ ਅਹਿਮੀਅਤ ਦੀ ਹਾਮਿਲ ਹੈ। ਤੁਹਾਨੂੰ ਇੰਤਜ਼ਾਰ ਕਰਨਾ ਹੈ, ਇੱਕਦਮ ਤੁਸੀਂ ਕਿਸੇ ਨਤੀਜੇ 'ਤੇ ਨਹੀਂ ਪਹੁੰਚ ਜਾਂਦੇ, ਜਾਂ ਤੁਸੀਂ ਐਵੇਂ ਇੱਕਦਮ ਹੀ ਮੁਸ਼ਕਲਾਤ 'ਚ ਆ ਕੇ ਚੀਜ਼ਾਂ ਛੱਡ ਨਹੀਂ ਦਿੰਦੇ। ਤੁਸੀਂ ਐਫਰਟ ਕਰਦੇ ਹੋ ਉਹਦੇ ਵਾਸਤੇ, ਤੁਸੀਂ ਇੰਤਜ਼ਾਰ ਕਰਦੇ ਹੋ, ਤੁਸੀਂ ਵਕਤ ਦਿੰਦੇ ਹੋ। ਅਗਰ ਬੱਚਾ ਫਰਜ਼ ਕਰੋ ਬਿਮਾਰ ਹੋ ਗਿਆ, ਠੀਕ ਹੈ, ਤੁਸੀਂ ਇੰਤਜ਼ਾਰ ਕਰਦੇ ਹੋ ਕਿ ਯਾਰ ਉਹ ਠੀਕ ਹੋ ਜਾਏ ਫਿਰ ਸਕੂਲ ਚਲਾ ਜਾਏਗਾ। ਤੁਸੀਂ ਇਹ ਨਹੀਂ ਕਰੋਗੇ ਕਿ ਨਹੀਂ ਸਕੂਲ ਜਾਣਾ ਤੇ ਬਿਮਾਰ ਨਹੀਂ ਭੇਜ ਦੋਗੇ, ਠੀਕ ਹੈ। ਅਗਰ ਬੱਚਾ ਕੋਈ ਕਿਸੇ ਭੈੜੇ ਕੰਮ 'ਚ ਪੈ ਗਿਆ ਤਾਂ ਤੁਸੀਂ ਇਹ ਨਹੀਂ ਕਰੋਗੇ ਕਿ ਬਸ ਉਹਨੂੰ ਛੱਡ ਦੋਗੇ, ਤੁਸੀਂ ਇੰਤਜ਼ਾਰ ਕਰੋਗੇ ਉਹਦੇ 'ਤੇ ਵਕਤ ਲਾਓਗੇ ਕਿ ਉਹਨੂੰ ਦੁਬਾਰਾ ਟਰੈਕ 'ਤੇ ਲੈ ਕੇ ਆ ਸਕੋ। ਅਤੇ ਇਸੇ ਤਰ੍ਹਾਂ ਕਿ ਜਿਹੜਾ ਲੀਡਰ ਹੈ ਉਹ ਫਿਰ ਫੋਕਸ ਹੁੰਦਾ ਆਪਣੇ ਉਸ ਚੀਜ਼ 'ਤੇ, ਤੋਂ ਬੜੇ ਸਬਰ ਨਾਲ ਜਿਹੜਾ ਉਹਨੇ ਰਿਜ਼ਲਟ ਆਪਣੇ ਜ਼ਿਹਨ 'ਚ ਸੋਚਿਆ ਕਿ ਹਾਂ ਮੈਂ ਇਹ ਰਿਜ਼ਲਟ ਲੈਣਾ, ਅਤੇ ਉਹਦੇ ਵਾਸਤੇ ਉਹ ਕੋਈ ਬਹੁਤ ਛੇਤੀ 'ਚ ਨਹੀਂ ਹੁੰਦਾ। ਉਹ ਹਰ ਟਾਈਮ ਉਹਨੇ ਕੋਈ ਹਲਵਲੀ ਨਹੀਂ ਮਚਾਈ ਹੁੰਦੀ। ਉਹ ਜਿਹੜਾ ਬੜੇ ਤਰੀਕੇ ਨਾਲ ਸਾਰੀਆਂ ਚੀਜ਼ਾਂ ਨੂੰ ਜ਼ਿਹਨ 'ਚ ਰੱਖ ਕੇ, ਇੰਟਰਨਲ ਐਕਸਟਰਨਲ ਫੈਕਟਰ ਨੂੰ ਜ਼ਿਹਨ 'ਚ ਰੱਖ ਕੇ ਜਿਹੜਾ ਉਹ ਚੱਲਦਾ ਹੈ। ਉਹ ਕਿਹਾ ਵੀ ਜਾਂਦਾ ਹੈ ਨਾ ਕਿ ਦ ਬੈਸਟ ਥਿੰਗਸ ਟੂ ਕਮ ਟੂ ਦੋਜ਼ ਹੂ ਵੇਟ। ਅਤੇ ਮਤਲਬ ਇੰਤਜ਼ਾਰ ਜਿਹੜਾ ਵੇ ਇੱਕ ਅੱਛੇ ਵਕਤ ਦਾ, ਇੱਕ ਸਹੀ ਵਕਤ ਦਾ, ਉਹ ਬਹੁਤ ਜ਼ਰੂਰੀ ਹੈ। ਕਿਉਂਕਿ ਤੁਸੀਂ ਅਗਰ ਜਦੋਂ ਮਾਵਾਂ ਨੂੰ ਦੇਖਦੇ ਹੋ ਉਹ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਸਾਂਭਦੀਆਂ ਨੇ, ਅਤੇ ਤੁਸੀਂ ਉਹਨਾਂ ਦੇ ਸਬਰ ਦਾ ਅੰਦਾਜ਼ਾ ਲਾ ਸਕਦੇ ਹੋ। ਅਤੇ ਅਗਰ ਤੁਸੀਂ ਸਿਰਫ ਉਹ ਸਬਰ ਕਰਨਾ ਹੀ ਮਾਂ ਕੋਲੋਂ ਸਿੱਖ ਜਾਓ ਨਾ ਕਿ ਕਿਸ ਤਰ੍ਹਾਂ ਕਿ ਅਗਰ ਮੁਸ਼ਕਿਲ ਵੇਲਾ ਆ ਗਿਆ ਤਾਂ ਉਹਦੇ 'ਚ ਕਾਮ ਕਿਸ ਤਰ੍ਹਾਂ ਰਹਿਣਾ, ਕਿਸ ਤਰ੍ਹਾਂ ਪੁਰਸਕੂਨ ਰਹਿਣਾ, ਕਿਸ ਤਰ੍ਹਾਂ ਅਗਰ ਕੋਈ ਤੂਫਾਨ ਆ ਗਿਆ ਅਤੇ ਤੁਸੀਂ ਉਸ ਤੂਫਾਨ 'ਚੋਂ ਕਿੰਝ ਲੰਘਣਾ ਹੈ, ਕਿਸ ਤਰ੍ਹਾਂ ਉਹਦੇ ਥੰਮਣ ਦਾ ਇੰਤਜ਼ਾਰ ਕਰਨਾ ਹੈ, ਕਿਸ ਤਰ੍ਹਾਂ ਅਗਰ ਥੱਕ ਗਏ ਹੋ ਤਾਂ ਥੋੜ੍ਹਾ ਪੜਾਓ ਕਰਨਾ ਹੈ, ਫਿਰ ਟੁਰ ਪੈਣਾ, ਕਿਸ ਤਰ੍ਹਾਂ ਤੱਤੀ ਹਵਾ ਵੀ ਹੁੰਦੀ ਹੈ ਅਤੇ ਉਹਨੇ ਆਪਣਾ ਸਫ਼ਰ ਜਾਰੀ ਰੱਖਣਾ ਹੈ, ਮੀਂਹ ਹੋ ਜਾਏ ਭਾਵੇਂ ਹਨੇਰੀ ਆ ਜਾਏ, ਲੇਕਿਨ ਉਹਨੇ ਟੁਰਨਾ ਹੈ। ਉਹਨੇ ਇੱਕ ਜਿਹੜਾ ਮੁਕਾਮ ਵੇਖਿਆ ਦਾ, ਜਿਹੜਾ ਉਹਦੀ ਡੈਸਟੀਨੇਸ਼ਨ ਹੈ ਉੱਥੇ ਤੱਕ ਉਹਨੇ ਬੱਚਿਆਂ ਨੂੰ ਲੈ ਕੇ ਜਾਣਾ। ਅਤੇ ਇਹ ਲੀਡਰ ਦਾ ਵੀ ਕੰਮ ਹੈ। ਲੇਕਿਨ ਤੁਸੀਂ ਵੇਖੋਗੇ ਕਿ ਅੱਜ ਕੱਲ੍ਹ ਦਾ ਦੌਰ ਐਸਾ ਹੈ ਕਿ ਅਸੀਂ ਬੜੇ ਛੇਤੀ ਰਿਜ਼ਲਟ ਮੰਗਦੇ ਹਾਂ। ਤੁਸੀਂ ਅਗਰ ਅੱਜ ਕੱਲ੍ਹ ਦੀ ਪੋਲੀਟੀਕਲ ਸਿਚੁਏਸ਼ਨ ਨੂੰ ਵੇਖ ਲਓ ਕਿ ਅਸੀਂ ਬਹੁਤ ਜਲਦੀ ਰਿਜ਼ਲਟ ਅਸੀਂ ਮੰਗ ਰਹੇ ਹੁੰਦੇ ਹਾਂ ਕਿ ਨਹੀਂ ਇੰਝ ਹੋ ਜਾਏ, ਹੁਣੇ ਹੀ ਹੋ ਜਾਏ। ਅਗਰ ਜਦੋਂ ਨਹੀਂ ਹੋ ਰਿਹਾ ਹੁੰਦਾ ਫਿਰ ਜਿਹੜਾ ਤੁਹਾਡੇ ਨਾਲ ਨਹੀਂ ਟੁਰ ਰਿਹਾ ਤੁਸੀਂ ਉਹਨੂੰ ਛੱਡ ਦਿੰਦੇ ਹੋ, ਜਾਂ ਤੁਸੀਂ ਉਸ ਮੁਕਾਮ ਨੂੰ ਛੱਡ ਦਿੰਦੇ ਹੋ। ਅਤੇ ਉਹ ਕੌਨਫਲਿਕਟ, ਉਹ ਝਗੜੇ, ਉਹ ਲੜਾਈਆਂ ਕਿਉਂ ਨੇ? ਕਿਉਂਕਿ ਪੇਸ਼ੈਂਸ ਜਿਹੜਾ ਉਹ ਖ਼ਤਮ ਹੁੰਦਾ ਜਾ ਰਿਹਾ ਹੈ। ਅਦਾਰਿਆਂ ਦੀ ਲੀਡਰਸ਼ਿਪ ਨੂੰ ਵੇਖ ਲਓ, ਮੁਲਕ ਦੀ ਲੀਡਰਸ਼ਿਪ ਨੂੰ ਵੇਖ ਲਓ, ਭਾਵੇਂ ਮਜ਼ਹਬੀ ਰਹਿਨੁਮਾਵਾਂ ਨੂੰ ਦੇਖ ਲਓ ਲੀਡਰਸ਼ਿਪ ਨੂੰ, ਕਿ ਉਹ ਸਬਰ ਜਿਹੜਾ ਰਿਹਾ ਹੀ ਨਹੀਂ ਹੈ। ਅਗਲਾ ਪੁਆਇੰਟ ਜਿਹੜਾ ਮੇਰੇ ਜ਼ਿਹਨ 'ਚ ਆ ਰਿਹਾ ਉਹ ਇਹ ਵੇ ਕਿ ਜਿਹੜਾ ਇੱਕ ਲੀਡਰ ਹੁੰਦਾ ਨਾ ਉਹ ਇਨਕਰੇਜ ਕਰਦਾ ਆਪਣੀ ਟੀਮ ਨੂੰ ਜਾਂ ਆਪਣੇ ਫਾਲੋਅਰਸ ਨੂੰ ਜਾਂ ਆਪਣੀ ਕੌਮ ਨੂੰ ਕਿ ਉਹ ਜਿਹੜੀ ਸੈਲਫ ਸਫੀਸ਼ੀਐਂਟ ਬਣੇ, ਉਹ ਡਿਪੈਂਡੈਂਸੀ ਜਿਹੜਾ ਸੈਂਡਰੋਮ ਹੁੰਦਾ ਉਹਦੇ 'ਚੋਂ ਨਿਕਲੇ, ਉਹ ਇੰਡੀਪੈਂਡੈਂਟ ਹੋਵੇ। ਹਰ ਮਾਂ ਦਾ ਖ਼ਾਬ ਹੁੰਦਾ ਕਿ ਉਹਦਾ ਬੱਚਾ ਹੁਣ ਇੰਡੀਪੈਂਡੈਂਟ ਹੋ ਜਾਏ। ਸ਼ਾਇਦ ਉਹਦੇ ਲਈ ਪਹਿਲਾ ਦਿਨ ਉਹ ਬੜਾ ਖੁਸ਼ੀ ਦਾ ਹੁੰਦਾ ਜਦੋਂ ਬੱਚਾ ਇਕੱਲਾ ਕੋਈ ਕੰਮ ਕਰਦਾ, ਜਦੋਂ ਬੱਚਾ ਇਕੱਲਾ ਕੋਈ ਸਕੂਲ ਜਾਂਦਾ, ਜਦੋਂ ਬੱਚਾ ਆਪਣੇ ਫੈਸਲੇ ਖੁਦ ਕਰਦਾ। ਉਹ ਮਾਂ ਵਾਸਤੇ ਬਹੁਤ ਇੱਕ ਖੁਸ਼ੀ ਦਾ ਦਿਨ ਹੁੰਦਾ ਹੈ ਜਦੋਂ ਬੱਚੇ ਦਾ ਵਿਆਹ ਹੋ ਜਾਂਦਾ, ਜਦੋਂ ਬੱਚਾ ਫਿਰ ਆਪਣੇ ਬੱਚੇ ਸਾਂਭਦਾ ਹੈ। ਅਤੇ ਜਸਟ ਇਮੈਜਨ ਮਾਂ ਨੂੰ ਪਤਾ ਹੈ ਕਿ ਹਾਂ ਇਹ ਹੁਣ ਆਪਣੀ ਸਾਂਭ ਜਿਹੜਾ ਨਾ ਆਪ ਹੀ ਕਰ ਲਏਗਾ। ਤੁਹਾਨੂੰ ਪਤਾ ਘਰ ਦਾ ਕੋਈ ਵੱਡਾ ਬੱਚਾ ਹੁੰਦਾ ਹੈ ਅਤੇ ਉਹ ਮਾਂ ਪਿਓ ਬੜਾ ਉਹਦੇ 'ਤੇ ਡਿਪੈਂਡ ਕਰਦੇ ਨੇ ਕਿ ਹਾਂ ਕਿਉਂਕਿ ਇਹ ਹੁਣ ਇੰਡੀਪੈਂਡੈਂਟ, ਇਹ ਹੁਣ ਸਾਡਾ ਰੋਲ ਜਿਹੜਾ ਨਾ ਸਾਂਭ ਸਕਦਾ ਹੈ, ਇਹਨੂੰ ਹੁਣ ਸਾਡੀ ਲੋੜ ਨਹੀਂ। ਇਹ ਨਹੀਂ ਕਿ ਇਹਨੂੰ ਲੋੜ ਨਹੀਂ ਹੈ, ਮਤਲਬ ਹੈ ਕਿ ਹੁਣ ਸਾਨੂੰ ਇਹਦੀ ਉਂਗਲੀ ਫੜ ਕੇ ਨਹੀਂ ਚਲਾਉਣਾ ਪੈਣਾ, ਦੂਜਿਆਂ ਨੂੰ ਵੀ ਸਾਂਭ ਲਏਗਾ। ਅਤੇ ਇਹ ਇੱਕ ਕੋਈ ਵੀ ਲੀਡਰ ਹੈ ਅਤੇ ਉਹਦਾ ਇੱਕ ਜਿਹੜੀ ਇੱਕ ਖਾਸੀਅਤ ਹੈ ਉਹ ਇਹ ਹੁੰਦੀ ਹੈ ਕਿ ਉਹ ਆਪਣੇ ਫਾਲੋਅਰਸ, ਆਪਣੀ ਕੌਮ ਨੂੰ ਸੈਲਫ ਸਫੀਸ਼ੀਐਂਸੀ ਲੈ ਕੇ ਜਾਂਦਾ ਹੈ। ਅਤੇ ਜਸਟ ਇਮੈਜਨ ਕਿ ਮਾਂ ਜਿਹੜੀ ਹੈ ਬੱਚੇ ਨੂੰ ਸਾਫ਼ ਵੀ ਕਰਦੀ ਹੈ, ਬਚਪਨ 'ਚ ਛੋਟਾ ਹੁੰਦਾ ਉਹਦੇ ਕੱਪੜੇ ਵੀ ਬਦਲਦੀ ਹੈ, ਉਹਨੂੰ ਰੋਟੀ ਵੀ ਖਵਾਉਂਦੀ ਹੈ, ਠੀਕ ਹੈ, ਉਹਨੂੰ ਫਿਰ ਉਂਗਲੀ ਫੜ ਕੇ ਚਲਾਉਂਦੀ ਵੀ ਹੈ। ਲੇਕਿਨ ਜਸਟ ਇਮੈਜਨ ਕਿ ਉਹ ਇਹ ਸਾਰਾ ਕੁਝ ਕਿਉਂ ਕਰ ਰਹੀ ਹੁੰਦੀ ਹੈ ਕਿ ਉਹ ਬੱਚਾ ਜਿਹੜਾ ਸੈਲਫ ਸਫੀਸ਼ੀਐਂਟ ਹੋ ਸਕੇ। ਉਹਨੂੰ ਐਸੀਆਂ ਚੀਜ਼ਾਂ ਸਿਖਾਉਂਦੀ ਹੈ, ਰੋਟੀ ਖਾਣਾ ਸਿਖਾਉਂਦੀ ਹੈ, ਲੈਟਰੀਨ 'ਚ ਬਹਿਣਾ ਸਿਖਾਉਂਦੀ ਹੈ, ਉਹਨੂੰ ਟੁਰਨਾ ਸਿਖਾਉਂਦੀ ਹੈ, ਹੋ ਸਕਦਾ ਉਹਨੂੰ ਗੱਲ ਕਰਨਾ ਸਿਖਾਉਂਦੀ ਹੈ, ਉਹਨੂੰ ਇਕੱਲਿਆਂ ਕਿਤੇ ਜਾਣਾ ਉਹ ਸਿਖਾਉਂਦੀ ਹੈ। ਤਾਂ ਉਹ ਉਹਨੂੰ ਇਸ ਤਰ੍ਹਾਂ ਤਿਆਰ ਕਰ ਦਿੰਦੀ ਹੈ ਕਿ ਉਹ ਬੱਚਾ ਜਿਹੜਾ ਮਾਸ਼ਰੇ 'ਚ ਇੱਕ
ਤੁਸੀਂ ਕਹਿ ਲਓ ਕਿ ਇੰਡੀਪੈਂਡੈਂਟ ਤੌਰ 'ਤੇ ਉਹ ਜੀਣਾ ਸਿੱਖ ਜਾਂਦਾ। ਸਾਨੂੰ ਪਤਾ ਨਹੀਂ ਚੱਲਦਾ ਇਹਨਾਂ ਚੀਜ਼ਾਂ ਦਾ। ਇਹ ਜਿਹੜੀ ਸਾਡੀ ਟ੍ਰੇਨਿੰਗ ਹੋ ਰਹੀ ਹੁੰਦੀ ਹੈ, ਇੱਕ ਮਾਂ ਜਿਹੜਾ ਐਜ਼ ਏ ਲੀਡਰਸ਼ਿਪ ਰੋਲ 'ਚ ਸਭ ਕੁਝ ਕਰ ਰਹੀ ਹੁੰਦੀ, ਸਾਨੂੰ ਉਹਦਾ ਅਹਿਸਾਸ ਨਹੀਂ ਹੋ ਰਿਹਾ ਹੁੰਦਾ। ਲੇਕਿਨ ਜਦੋਂ ਤੁਸੀਂ ਪਿੱਛੇ ਮੁੜ ਕੇ ਦੇਖਦੇ ਹੋ ਤੁਹਾਨੂੰ ਪਤਾ ਲੱਗਦਾ ਕਿ ਮਾਂ ਦਾ ਤੁਹਾਡੀ ਜ਼ਿੰਦਗੀ 'ਚ ਕੀ ਕਿਰਦਾਰ ਹੈ। ਤੁਸੀਂ ਅੱਜ ਅਗਰ ਅੱਛਾ ਬੋਲ ਰਹੇ ਹੋ, ਅੱਛਾ ਕੰਮ ਕਰ ਰਹੇ ਹੋ, ਅੱਛਾ ਵਰਤਾਓ ਕਰ ਰਹੇ ਹੋ, ਮੁਸ਼ਕਿਲਾਤ ਸਹਿ ਰਹੇ ਹੋ, ਮੁਸ਼ਕਿਲਾਤ 'ਚੋਂ ਨਿਕਲਣ ਦਾ ਤਰੀਕਾ ਕੀ ਹੈ, ਸਬਰ ਕਰਨ ਦਾ ਤਰੀਕਾ ਕੀ ਹੈ, ਦੁਈ ਬਣ ਕੇ ਦੁਆ ਕਰਨ ਦਾ ਤਰੀਕਾ ਕੀ ਹੈ, ਨਮਾਜ਼ ਪੜ੍ਹਨ ਦਾ ਤਰੀਕਾ ਕੀ ਹੈ, ਗੁੱਸੇ 'ਚ ਕੀ ਕਰਨਾ ਹੈ, ਖੁਸ਼ੀ 'ਚ ਕੀ ਕਰਨਾ ਹੈ, ਕਿਸ ਤਰ੍ਹਾਂ ਤੁਸੀਂ ਜਦੋਂ ਤੁਸੀਂ ਮਿੱਤਰਾਂ 'ਚ ਬਹਿੰਦੇ ਹੋ ਉੱਥੇ ਕੀ ਕਰਨਾ ਹੈ, ਜਦੋਂ ਤੁਹਾਡਾ ਵਿਆਹ ਹੋ ਜਾਂਦਾ ਬੀਵੀ ਨਾਲ ਕਿਸ ਤਰ੍ਹਾਂ ਤੁਸੀਂ ਆਪਣਾ ਵਰਤਾਓ ਕਰਨਾ ਹੈ, ਸਭ ਕੁਛ ਮਾਂ ਤੁਹਾਨੂੰ ਸਿਖਾ ਚੁੱਕੀ ਹੁੰਦੀ। ਲੇਕਿਨ ਤੁਹਾਨੂੰ ਪਤਾ ਨਹੀਂ ਚੱਲਦਾ ਕਿ ਉਹਨੇ ਤੁਹਾਡੀ ਇੱਕ ਐਜ਼ ਏ ਲੀਡਰ ਜਿਹੜੀ ਹੈ ਤੁਹਾਡੀ ਟ੍ਰੇਨਿੰਗ ਕੀਤੀ। ਇਸੇ ਤਰ੍ਹਾਂ ਅਗਰ ਅਸੀਂ ਹੋਰ ਕੋਈ ਗੱਲ ਕਰੀਏ ਤਾਂ ਇੱਕ ਹੋਰ ਮੇਰੇ ਜ਼ਿਹਨ 'ਚ ਗੱਲ ਆ ਰਹੀ ਹੈ ਕਿ ਜਿਹੜੀ ਮਾਂ ਹੁੰਦੀ ਉਹ ਇਨਸਪਾਇਰ ਕਰਦੀ ਹੈ ਆਪਣੇ ਬੱਚਿਆਂ ਨੂੰ। ਇਸ ਤਰ੍ਹਾਂ ਲੀਡਰ ਦਾ ਵੀ ਕੰਮ ਹੈ ਕਿ ਉਹ ਬੇਸਿਕਲੀ ਇਨਸਪਾਇਰ ਕਰ ਰਿਹਾ ਹੁੰਦਾ ਹੈ। ਉਹ ਹਰ ਚੀਜ਼ ਕੋਈ ਲਿਖਤ ਪੜ੍ਹਤ 'ਚ ਨਹੀਂ ਦੱਸ ਰਿਹਾ ਹੁੰਦਾ, ਉਹ ਕੋਈ ਹਰ ਚੀਜ਼ ਤੁਹਾਨੂੰ ਕਹਿ ਕੇ ਨਹੀਂ ਦੱਸ ਰਿਹਾ ਹੁੰਦਾ। ਉਹ ਮਾਂ ਜਿਹੜੀ ਹੈ ਉਹ ਬੱਚਿਆਂ ਨੂੰ ਨਾਲ ਨਾਲ ਹੀ ਸਿਖਾ ਰਹੀ ਹੁੰਦੀ ਹੈ। ਇਹਦੀ ਛੋਟੀ ਜਿਹੀ ਮਿਸਾਲ ਹੈ ਕਿ ਜਦੋਂ ਤੁਸੀਂ ਰੋਟੀ ਖਾਂਦੇ ਹੋ ਘਰ 'ਚ, ਮਾਂ ਤੁਹਾਡੇ ਲਈ ਦਸਤਰਖਾਨ ਵਿਛਾ ਰਹੀ ਹੈ। ਜਦੋਂ ਰੋਟੀ ਸਾਰੇ ਖਾ ਲੈਂਦੇ ਤਾਂ ਮਾਂ ਤੁਹਾਡੇ ਸਾਹਮਣੇ ਭਾਂਡੇ ਸਾਂਭਦੀ ਹੈ, ਉਹ ਦਸਤਰਖਾਨ ਸਾਫ਼ ਕਰਦੀ ਹੈ, ਭਾਂਡੇ ਧੋ ਕੇ ਫਿਰ ਸਾਂਭ ਦਿੰਦੀ ਹੈ, ਅਤੇ ਤੁਸੀਂ ਵੇਖ ਰਹੇ ਹੁੰਦੇ ਹੋ ਕਿ ਹਾਂ ਇਹੋ ਹੀ ਕਰਨਾ ਹੈ। ਉਹ ਤੁਹਾਨੂੰ ਨਜ਼ਰ ਆ ਰਿਹਾ ਹੁੰਦਾ ਹੈ ਕਿ ਹਾਂ ਇਹ ਕੰਮ ਇਸ ਤਰ੍ਹਾਂ ਅਧੂਰਾ ਨਹੀਂ ਛੱਡ ਦੇਣਾ। ਕੰਮ ਉਦੋਂ ਮੁੱਕਦਾ ਹੈ ਜਦੋਂ ਮਾਂ ਸਾਰੇ ਭਾਂਡੇ ਖਾਣ ਵਾਲੇ ਭਾਂਡੇ ਧੋ ਕੇ ਸਾਂਭ ਦਿੰਦੀ ਹੈ। ਅਤੇ ਤੁਸੀਂ ਉੱਥੋਂ ਹੀ ਤੁਹਾਡੇ ਸਬਕੌਂਸ਼ੀਅਸਨੈਸ 'ਚ ਉਹ ਚੀਜ਼ ਆ ਜਾਂਦੀ ਹੈ ਕਿ ਹਾਂ ਇਹ ਕੰਮ ਜਿਹੜਾ ਤਕਮੀਲ ਤੱਕ ਕਿਸ ਤਰ੍ਹਾਂ ਪਹੁੰਚੇਗਾ। ਇਸ ਤਰ੍ਹਾਂ ਜਦੋਂ ਤੁਸੀਂ ਘਰ 'ਚ ਕੋਈ ਮੁਸ਼ਕਲ ਆ ਜਾਂਦੀ ਹੈ ਅਤੇ ਮਾਂ ਸਾਰਿਆਂ ਨੂੰ ਬਿਠਾਉਂਦੀ ਹੈ, ਗੱਲ ਕਰਦੀ ਹੈ, ਦੁਆ ਕਰਦੀ ਹੈ, ਦੁਆ ਦਿੰਦੀ ਹੈ, ਅਤੇ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਕਿ ਤੁਸੀਂ ਉਹਦੇ ਇਸ ਅਮਲ ਤੋਂ ਕੀ ਸਿੱਖ ਰਹੇ ਹੁੰਦੇ ਹੋ। ਅਤੇ ਉਹ ਤੁਹਾਨੂੰ ਇਸੇ ਤਰ੍ਹਾਂ ਲੀਡਰ ਜਿਹੜਾ ਲਾਜ਼ਮੀ ਨਹੀਂ ਕੋਈ ਤਕਰੀਰਾਂ ਕਰਦਾ ਫਿਰੇ, ਉਹ ਤੁਹਾਨੂੰ ਕੋਈ ਈਮੇਲਾਂ ਕਰਦਾ ਫਿਰੇ, ਦੀਵਾਰਾਂ 'ਤੇ ਲਿਖ ਕੇ ਦੱਸਦਾ ਫਿਰ, ਇਸ ਤਰ੍ਹਾਂ ਨਹੀਂ ਹੁੰਦਾ। ਲੀਡਰ ਉਹੀ ਹੈ ਜਿਹੜਾ ਇਨਸਪਾਇਰ ਕਰਦਾ। ਉਹ ਕਹਿੰਦੇ ਨਾ ਕਿ ਵਾਕ ਦਾ ਟਾਕ, ਜਿਹੜੀ ਉਹ ਗੱਲ ਕਰ ਰਿਹਾ ਉਹ ਉਹਨੂੰ ਦੱਸ ਰਿਹਾ। ਫਰਜ਼ ਕਰੋ ਕਿ ਮਾਂ ਤੁਹਾਨੂੰ ਤਾਂ ਕਹਿ ਰਹੀ ਹੈ ਕਿ ਬੇਟਾ ਬਦਤਮੀਜ਼ੀ ਨਹੀਂ ਕਰਨੀ, ਲੇਕਿਨ ਉਹ ਆਪਣੇ ਬੰਦੇ ਨਾਲ ਬਦਤਮੀਜ਼ੀ ਕਰ ਰਹੀ ਹੈ, ਆਪਣੀ ਸੱਸ ਨਾਲ ਬਦਤਮੀਜ਼ੀ ਕਰ ਰਹੀ ਹੈ, ਆਪਣੀ ਭੈਣ ਨਾਲ ਬਦਤਮੀਜ਼ੀ ਕਰ ਰਹੀ ਹੈ, ਅਤੇ ਤੁਸੀਂ ਵੀ ਜ਼ਾਹਿਰ ਫਿਰ ਉਸ ਤਰ੍ਹਾਂ ਹੀ ਕਰੋਗੇ। ਲੇਕਿਨ ਇੱਕ ਅੱਛੀ ਮਾਂ ਜਿਹੜੀ ਹੈ, ਅੱਛਾ ਲੀਡਰ ਜਿਹੜਾ ਹੈ, ਉਹ ਤੁਹਾਨੂੰ ਉਹ ਸਭ ਕੁਝ ਕਰਕੇ ਦੱਸਦਾ ਹੈ ਜਿਹੜਾ ਉਹ ਚਾਹੁੰਦਾ ਹੈ ਕਿ ਤੁਸੀਂ ਕਰੋ। ਉਹ ਸਿਰਫ ਤੁਹਾਨੂੰ ਕਹਿ ਨਹੀਂ ਰਿਹਾ ਹੁੰਦਾ, ਉਹ ਤੁਹਾਨੂੰ ਨਮੂਨਾ ਪੇਸ਼ ਕਰ ਰਿਹਾ ਹੁੰਦਾ। ਇਸ ਲਈ ਇੱਕ ਸਿੰਪਲ ਗੱਲ ਜਿਹਨੂੰ ਕਰੋ ਕਿ ਵਾਕ ਦਾ ਟਾਕ। ਅਤੇ ਇਹ ਕੁਝ ਚੀਜ਼ਾਂ ਮੈਂ ਤੁਹਾਡੇ ਸਾਹਮਣੇ ਰੱਖੀਆਂ ਨੇ। ਗੱਲ ਕਰਨ ਦਾ ਮਕਸਦ ਸਿਰਫ ਇਹ ਹੀ ਹੈ ਕਿ ਦਿਲ ਦੀਆਂ ਗੱਲਾਂ ਜਿਸ ਤਰ੍ਹਾਂ ਹੀ ਦਿਲ ਦੀਆਂ ਗੱਲਾਂ ਹੁੰਦੀਆਂ ਰਹਿਣਗੀਆਂ। ਲਫ਼ਜ਼ਾਂ ਦਾ ਚੁਣਾਵ ਬਹੁਤ ਅੱਛਾ ਸ਼ਾਇਦ ਨਹੀਂ ਹੈ, ਕਿਉਂਕਿ ਮੈਂ ਕੋਈ ਲਿਖੀ ਪੜ੍ਹੀ ਗੱਲ ਨਹੀਂ ਕਰ ਰਿਹਾ। ਜੋ ਮੇਰੇ ਦਿਲ 'ਚ ਵੀ ਉਹ ਮੈਂ ਬੋਲ ਰਿਹਾ, ਲੇਕਿਨ ਆਹਿਸਤਾ ਆਹਿਸਤਾ ਨਿਖਾਰ ਆਉਂਦਾ ਜਾਏਗਾ। ਪਹਿਲੀ ਪੋਡਕਾਸਟ 'ਤੇ ਉਮੀਦ ਕਰਨਾ ਕਿ ਤੁਹਾਨੂੰ ਪਸੰਦ ਆਏਗੀ। ਕੋਈ ਗਲਤੀ ਕੋਤਾਹੀ ਹੋਈ ਹੋਏ ਤੇ ਉਹਨੂੰ ਤੁਸੀਂ ਨਜ਼ਰਅੰਦਾਜ਼ ਵੀ ਕਰੋਗੇ। ਤੁਹਾਡਾ ਫੀਡਬੈਕ ਵੀ ਚਾਹੀਦਾ ਹੈ। ਪਲੀਜ਼ ਇਹਨੂੰ ਸ਼ੇਅਰ ਵੀ ਕਰਨਾ। ਮੈਂ ਇਸ ਤਰ੍ਹਾਂ ਹੀ ਕੁਐਸਚਨ ਕਰਦਾ ਰਹਾਂਗਾ ਫੇਸਬੁੱਕ 'ਤੇ, ਲਿੰਕਡਇਨ 'ਤੇ, ਟਵਿੱਟਰ 'ਤੇ, ਇੰਸਟਾ 'ਤੇ, ਅਤੇ ਉਹ ਤੁਹਾਡੇ ਜਦੋਂ ਜੋ ਵੀ ਜਵਾਬ ਆਉਂਦੇ ਜਾਣਗੇ ਫਿਰ ਇਸ ਤਰ੍ਹਾਂ ਹੀ ਉਹਦੀ ਬੇਸਿਸ 'ਤੇ ਮੈਂ ਪੋਡਕਾਸਟ ਜਿਹੜਾ ਉਹ ਬਣਾਉਂਦਾ ਰਹਾਂਗਾ। ਅਤੇ ਇੱਕ ਛੋਟੀ ਜਿਹੀ ਕੋਸ਼ਿਸ਼ ਹੈ, ਇੱਕ ਵਕਤ ਗੁਜ਼ਾਰੀ ਦਾ ਸਮਾਨ ਵੀ ਹੈ, ਅਤੇ ਤੁਹਾਡੇ ਨਾਲ ਇੱਕ ਰਾਬਤਾ ਕਰਨ ਦਾ ਬਹਾਨਾ ਵੀ ਹੈ। ਅਤੇ ਰੱਬ ਤੁਹਾਨੂੰ ਖੁਸ਼ ਰੱਖੇ। ਉਮੀਦ ਕਰਨਾ ਕਿ ਮੇਰੇ ਜਿਹੜੇ ਖਿਆਲਾਤ ਨੇ ਕਿਤੇ ਨਾ ਕਿਤੇ ਜ਼ਰੂਰ ਤੁਹਾਡੀ ਜ਼ਿੰਦਗੀ 'ਚ ਮਸਬਤ ਅਸਰ ਲੈ ਕੇ ਆਉਣਗੇ। ਕੁਝ ਐਸੀਆਂ ਗੱਲਾਂ ਜਿਹੜੀਆਂ ਤੁਸੀਂ ਇੱਥੋਂ ਚੁਣ ਕੇ ਕਿਸੇ ਹੋਰ ਨਾਲ ਸ਼ੇਅਰ ਕਰੋਗੇ। ਅਤੇ ਮਕਸਦ ਇਹ ਹੀ ਹੈ ਕਿ ਅਸੀਂ ਦਿਲ ਦੀਆਂ ਗੱਲਾਂ ਕਰਦੇ ਰਹੀਏ ਅਤੇ ਚੰਗੀਆਂ ਗੱਲਾਂ ਕਰਦੇ ਰਹੀਏ। ਅਤੇ ਇਜਾਜ਼ਤ ਚਾਹਾਂਗਾ। ਸਦਾ ਖੁਸ਼ ਰਹੋ, ਵਸਦੇ ਰਹੋ, ਹੱਸਦੇ ਰਹੋ, ਅਤੇ ਦੁਨੀਆ 'ਚ ਆਪਣਾ ਮੁਸਬਤ ਜਿਹੜਾ ਕਰਤਾਰ ਹੈ ਉਹ ਅਦਾ ਕਰਦੇ ਰਹੋ।